ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅੰਕਲ ਜੀ ਸੁਰਿੰਦਰ ਸਿੰਘ ਜੀ ਪੰਜਾਬੀ ਸਕੂਲ ਜੋ ਆਪਣਾ ਗੁਰੂ ਘਰ 'ਚ ਚੱਲਦਾ ਹੈ, ਉਹਨਾਂ ਦੇ ਪ੍ਰਬੰਧਕ। ਉਹਨਾਂ ਨੇ ਆ ਸੰਗਤਾਂ ਨੂੰ, ਕੁਝ ਬੱਚਿਆਂ ਨੂੰ ਬੇਨਤੀਆਂ ਕੀਤੀਆਂ ਹਨ, ਸੋ ਆਪ ਜੀ ਨੇ ਉੱਤੇ ਗੌਰ ਕਰਨਾ ਜੀ। ਹੁਣ ਮੈਂ ਬੇਨਤੀ ਕਰਾਂਗਾ, ਜਿੱਦਾਂ ਆਪ ਸੰਗਤਾਂ ਨੂੰ ਪਤਾ ਹੀ ਆ ਕਿ ਇੰਡੀਆ ਦੇ ਵਿੱਚ ਵੀ ਅਤੇ ਇੱਥੇ ਅਮਰੀਕਾ ਦੇ ਵਿੱਚ ਵੀ ਪੰਜਾਬ 'ਚ ਜਾਣੀ ਬਜਟ ਸੈਸ਼ਨ ਸਰਕਾਰਾਂ ਦੇ ਚੱਲ ਰਹੇ, ਉੱਥੇ ਭਗਵੰਤ ਮਾਨ ਉਹਨਾਂ ਨੇ ਵੀ ਪੇਸ਼ ਕੀਤਾ। ਇੱਧਰ ਜੋ ਬਾਈਡਨ ਨੇ ਵੀ ਫਰਾਈਡੇ ਆਪਣੀ ਸਰਕਾਰ ਦਾ ਬਜਟ ਪੇਸ਼ ਕੀਤਾ। ਸੋ ਜੋ ਮੌਜੂਦਾ ਕਮੇਟੀ ਹਨ ਉਹਦਾ 1 ਸਾਲ ਹੋ ਗਿਆ, ਉਹਦਾ ਜੋ ਗੁਰੂ ਘਰ ਦਾ ਜੋ ਵੀ ਆਡਿਟ ਜਾਂ ਹਿਸਾਬ ਕਿਤਾਬ ਆ ਉਹ ਅੱਜ ਪੇਸ਼ ਕੀਤਾ ਜਾਏਗਾ। ਸੋ ਮੈਂ ਪਹਿਲਾਂ ਬੇਨਤੀ ਕਰਾਂਗਾ ਆਪਣੇ ਖਜ਼ਾਨਚੀ ਸਾਹਿਬ ਨੂੰ ਉਹ ਹਿਸਾਬ ਕਿਤਾਬ ਬਾਰੇ ਦੱਸਣ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਜੀ ਨੇ ਕਿਹਾ ਕਿ ਮੈਂ ਪਿਛਲੇ ਸਾਲ ਦਾ ਮੋਟਾ ਹਿਸਾਬ ਕਿਤਾਬ ਸਾਂਝਾ ਕਰੂੰਗਾ ਅਤੇ ਜਿਹੜੇ ਅਸੀਂ ਉਪਰਾਲੇ ਸ਼ੁਰੂ ਕੀਤੇ ਆ ਤੇ ਜਿਹੜੇ ਹੁਣ ਅਗਲੇ ਸਾਲ ਦੇ ਵਿੱਚ ਕਰਾਂਗੇ। ਸੋ ਪਿਛਲੇ ਸਾਲ ਮਾਰਚ 1 2022 ਤੋਂ ਲੈ ਕੇ ਫਰਵਰੀ 28 2023 ਤੱਕ ਜਿਹੜੇ ਸਾਡਾ ਇਨਕਮ ਆਮਦਨ ਉਹ 16 ਲੱਖ ਦਾ ਸੀ ਤੇ ਐਕਸਪੈਂਸ ਜਿਹੜੇ ਸਾਡੇ ਖਰਚੇ ਸੀ ਉਹ 17 ਲੱਖ ਦੇ ਸੀ। ਪਰ ਜੇ ਅਸੀਂ ਦੇਖ ਰਹੇ ਹਾਂ ਹੋਰ ਬ੍ਰੇਕਡਾਊਨ, ਜਿਹੜੇ ਸਾਡੇ ਵੱਡੇ ਮੋਟੇ ਐਕਸਪੈਂਸਿਸ ਸਨ, ਉਹ ਇੱਕ ਕਾਰ ਨਵਾਂ ਖਰੀਦਿਆ ਸੀ ਮਾਰਚ ਦੇ ਦੂਜੇ ਹਫਤੇ 'ਚ, ਉਹ 3.5 ਲੱਖ ਦਾ ਖਰੀਦਿਆ ਸੀ, ਜਿਹੜਾ 821 5th ਸਟਰੀਟ ਤੇ ਆ। ਤੇ ਨਾਲ ਜਿਹੜੇ ਸੰਗਤ ਦੇ ਲੋਨ ਜਦੋਂ ਅਸੀਂ ਨਵਾਂ ਲੰਗਰ ਹਾਲ ਬਣਾਉਣਾ ਸੀ ਉਹ 7,60,000 ਦਾ ਲੋਨ ਸੀ ਸੰਗਤ ਵੱਲੋਂ, ਜੋ ਕਿ 50,000 ਦੇ ਕਰੀਬ ਮਾਰਚ 1 2022 ਤੋਂ ਪਹਿਲਾਂ ਪੇ ਆਫ ਕੀਤਾ ਗਿਆ ਸੀ। ਮਾਰਚ 1 ਤੋਂ ਬਾਅਦ ਅੱਜ ਤੱਕ ਟੋਟਲ 5,07,000 ਪੇ ਆਫ ਕੀਤਾ ਆ। ਸੋ ਮਾਰਚ 1 ਤੋਂ ਲੈ ਕੇ ਅੱਜ ਤੱਕ ਸਿਰਫ 4,57,000 ਪੇ ਆਫ ਕੀਤਾ ਸੀ ਸੰਗਤ ਦਾ ਲੋਨ। ਅਤੇ ਵੱਡੇ ਹੋਰ ਐਕਸਪੈਂਸ ਸੀ, 718 ਈਸਟ 5th ਸਟਰੀਟ ਦਾ ਵੀ ਰਿਪੇਅਰ ਕੀਤਾ ਸੀ ਘਰ ਦਾ, ਉਹ ਵੀ $1,00,000 ਲੱਗ ਗਿਆ ਸੀ। 653 ਈਸਟ 6th ਸਟਰੀਟ ਦਾ ਵੀ ਰਿਪੇਅਰ ਕੀਤਾ ਸੀ, ਉਹ 'ਚ ਵੀ $1,00,000 ਲੱਗ ਹੀ ਗਿਆ ਸੀ। ਅਤੇ 821 5th ਸਟਰੀਟ ਦਾ ਦੀ ਰੈਨੋਵੇਸ਼ਨ ਹੋਈ, ਜਿਸ 'ਚ $30,000 ਲੱਗ ਗਏ ਸੀ। ਅਤੇ 40,000 ਤਕਰੀਬਨ ਲੱਗ ਗਏ ਸੀ ਜਿਹੜੇ ਨਵੇਂ ਲੰਗਰ ਹਾਲ ਨੂੰ ਅਸੀਂ ਜਿਹੜਾ BGS ਬਿਲਡਰਸ ਨੂੰ 40,000 ਹੋਰ ਦੇਣੇ ਪਏ ਸੀ। ਅਤੇ ਅਗਸਤ ਦੇ ਮਹੀਨੇ 'ਚ ਅਸੀਂ ਘਰਾਂ ਦਾ ਜੋ ਰੈਂਟ ਹੈਗਾ ਆ ਉਹ ਵੀ ਅਸੀਂ ਵਧਾਇਆ ਸੀ। ਹੁਣ 5,000 ਵੱਧ ਅਸੀਂ ਬਣਾ ਰਿਹਾ ਘਰਾਂ 'ਚੋਂ। ਸੋ ਟੋਟਲ ਸਾਲ 'ਚ 60,000 ਦੀ ਇਨਕਮ ਵਧੀ ਹੈ ਸਾਡੀ। ਅਤੇ ਜਿਹੜੇ ਨਵੇਂ ਉਪਰਾਲੇ ਅਸੀਂ ਸ਼ੁਰੂ ਕਰਨੇ ਆ, ਉਹਦੇ ਕਈ ਤਾਂ ਸ਼ੁਰੂ ਹੋ ਚੁੱਕੇ ਆ। ਅਸੀਂ ਨਵਾਂ ਲੰਗਰ ਡਬਲ ਸਟੋਰੀ ਬਣਾਉਣਾ ਚਾਹੁੰਦੇ ਆ ਅਤੇ ਇੱਕ ਕੈਨਪੀ ਬਣਾਉਣਾ ਚਾਹੁੰਦੇ ਇੱਥੇ ਬਰਾਂਡੇ 'ਚ, ਤੇ ਉਹਨਾਂ ਦੋਨਾਂ ਦੇ ਪਰਮਿਟ ਮੇਰੇ ਖਿਆਲ ਤੱਕ ਕਹਿੰਦੇ ਕਿ ਮਿਲ ਗਏ ਆ। ਕੋਸ਼ਿਸ਼ ਸ਼ੁਰੂ ਹੋ ਗਈ ਆ ਅਤੇ ਅਸੀਂ ਚਾਹੁੰਦੇ ਆ ਕਿ ਬਜ਼ੁਰਗਾਂ ਲਈ ਇੱਕ ਸੀਨੀਅਰ ਸਿਟੀਜ਼ਨਸ ਹੋਮ ਜਾਂ ਅਪਾਰਟਮੈਂਟ ਬਣਾਉਣਾ ਚਾਹੁੰਦੇ ਆ। ਅਤੇ ਜੋ ਅਗਲੀ ਪੀੜ੍ਹੀ ਵਾਸਤੇ ਅਸੀਂ ਲਾਇਬ੍ਰੇਰੀ ਕੈਂਪ ਕਰਨਾ ਚਾਹੁੰਦੇ ਆ, ਜੋ ਗਦਰੀ ਬਾਬਾ ਨੇ 1914 'ਚ ਕਿਹਾ ਹੈ ਕਿ ਸੰਤ ਅਤਰ ਸਿੰਘ ਜੀ ਦੇ ਨਾਮ ਦੇ ਯਾਦ ਵਿੱਚ ਉਹਨਾਂ ਨੇ ਲਾਇਬ੍ਰੇਰੀ ਸ਼ੁਰੂ ਕੀਤੀ ਸੀ ਅਤੇ ਨਾਮ ਵੀ ਰੱਖਿਆ ਸੀ ਸੰਤ ਅਤਰ ਸਿੰਘ ਲਾਇਬ੍ਰੇਰੀ। ਉਹ ਅਸੀਂ UOP ਬੱਚਿਆਂ ਦੇ ਨਾਲ ਰਲ ਮਿਲ ਕੇ ਅਸੀਂ ਉਹਦੀ ਕੈਟਲੌਗਿੰਗ ਸ਼ੁਰੂ ਕਰਤੀ ਆ ਤੇ ਅਸੀਂ ਉਹਨੂੰ ਕੈਂਪ ਕਰਨਾ ਚਾਹੁੰਦੇ ਆ ਅਗਲੇ ਸਾਲ ਦੇ ਵਿੱਚ। ਅਤੇ ਸਕੂਲ ਨੂੰ ਵੀ ਅਸੀਂ ਹੋਰ ਜੋ ਬਣਾਉਣਾ ਚਾਹੁੰਦੇ ਆ ਕਿ ਸਕੂਲ ਦੇ ਬੱਚੇ ਵੀ ਸਾਡੇ ਵੱਧ ਗਏ ਆ। ਅਤੇ ਅਖੀਰਲਾ ਜਿਹੜਾ ਉਪਰਾਲਾ ਅਸੀਂ ਸ਼ੁਰੂ ਕਰਨਾ ਚਾਹੁੰਦੇ ਆ ਅਗਲੇ ਸਾਲ ਦੇ ਵਿੱਚ ਉਹ ਹੈ ਸਾਡੀ ਜਿਹੜੀ ਮਿਊਜ਼ੀਅਮ। ਕਿਉਂਕਿ ਜੇ ਅਸੀਂ ਕਹਿੰਦੇ ਕਿ ਗਦਰੀ ਦਾ ਇਤਿਹਾਸਕ ਸਥਾਨ ਆ, ਇਹ ਇੱਕ ਆਮ ਗੁਰੂ ਘਰ ਤਾਂ ਹੈ ਹੀ ਨਹੀਂ। ਸਾਡਾ ਇਤਿਹਾਸ ਕਰਕੇ ਲੋਕੀ ਗੁਰੂ ਘਰ ਨੂੰ ਮੰਨਦੇ ਆ। ਸੋ ਇਸ ਕਰਕੇ ਅਸੀਂ ਇੱਕ ਅਜਾਇਬ ਘਰ ਵੀ ਬਣਾਉਣਾ ਚਾਹੁੰਦੇ ਹਾਂ, ਜਿਸ 'ਚ ਅਸੀਂ ਗਦਰੀ ਬਾਬਾ ਦਾ ਇਤਿਹਾਸ ਅਸੀਂ ਸਾਂਝਾ ਕਰਕੇ ਸੰਗਤਾਂ ਦੇ ਨਾਲ। ਸੋ ਇਹ ਜਿੰਨੇ ਕੁ ਹਿਸਾਬ ਤਾਂ ਮੈਂ ਬੋਲ ਕੇ ਗਿਆ, ਇਹ ਹਰ ਮਹੀਨੇ ਅਸੀਂ ਹਿਸਾਬ ਕਿਤਾਬ ਪਿੱਛੇ ਥੱਲੇ ਬੋਲ ਕੇ ਲਾਉਂਦੇ ਆ। ਜੇ ਹੋਰ ਕੋਈ ਸਵਾਲ ਹੈਗੇ ਆ ਅਸੀਂ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਆ। ਅਤੇ ਜਿਹੜੇ ਹੋਰ ਡੂੰਘਾਈ 'ਚ ਹੁਣ ਆਡਿਟ ਬਾਰੇ ਸਾਥੀ ਵੀ ਜੀ ਹੋਰ ਡੂੰਘਾਈ 'ਚ ਆਡਿਟ ਬਾਰੇ ਗੱਲਬਾਤ ਕਰੂੰਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ, ਜਿੰਨੇ ਪੈਸੇ ਆਏ, ਜਿੰਨੇ ਦਿੱਤੇ ਜਾਂ ਨਵੇਂ ਪ੍ਰੋਜੈਕਟ ਕਿਹੜੇ ਸ਼ੁਰੂ ਕਰਨੇ ਹਨ। ਉਸ ਦੇ ਨਾਲ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਏਗਾ ਕਿ ਜੇਕਰ ਇੱਕ ਕਮੇਟੀ ਆਉਂਦੀ ਹੈ ਤੇ ਉਸ ਤੋਂ ਬਾਅਦ ਬਲਕਿ ਦੂਜੀ ਕਮੇਟੀ ਆਉਂਦੀ ਹੈ ਤਾਂ ਉਸ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ, ਜਾਂ ਸਾਨੂੰ ਪਿਛਲੀਆਂ ਕਮੇਟੀਆਂ ਤੋਂ ਕੀ ਮਿਲਿਆ ਤੇ ਜਾਂ ਸਾਡਾ ਉਸ ਦਾ ਕਿੰਨਾ ਵੱਡਾ ਵਿਜ਼ਨ ਹੈ। ਗੁਰੂ ਘਰ ਦੀ ਕਮੇਟੀ ਨੇ 2021 ਤੋਂ ਹੀ ਬੇਨਤੀ ਕਰਨੀ ਸ਼ੁਰੂ ਕੀਤੀ ਸੀ ਕਿ ਗੁਰੂ ਘਰ ਦਾ ਆਡਿਟ ਹੋਣਾ ਚਾਹੀਦਾ ਹੈ, ਪਰ ਜਦੋਂ ਆਡਿਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਕਿ ਮੌਜੂਦ ਹੀ ਨਹੀਂ ਹੁੰਦੀਆਂ, ਜਿਨ੍ਹਾਂ ਦਾ ਕਰਕੇ ਆਡਿਟ ਪੂਰਾ ਨਹੀਂ ਹੁੰਦਾ। ਸੋ ਇਸ ਕਰਕੇ ਅੱਜ ਸੰਗਤਾਂ ਦੇ ਚਰਨਾਂ ਦੇ ਵਿੱਚ ਕੇਵਲ ਇਹੀ ਗੱਲ ਕਰਨੀ ਹੈ ਕਿ ਆਡਿਟ ਵਾਸਤੇ ਰਿਕੁਆਇਰਮੈਂਟਸ ਕੀ ਹਨ। ਜੇਕਰ ਅਸੀਂ ਅੱਜ ਤੋਂ 15, 20, 25, 30 ਸਾਲ ਤੱਕ ਇਸ ਨੂੰ ਸਟੈਬਲਿਸ਼ ਕਰਕੇ ਜਾਣਾ ਹੈ, ਜਾਂ ਜੋ ਗਦਰੀ ਬਾਬੇ ਸਾਡੇ ਵਾਸਤੇ ਕਰਕੇ ਗਏ ਉਹ ਕੀ ਸੀ ਤੇ ਅੱਜ ਅਸੀਂ ਕੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਡਿਟ ਹੁੰਦਾ ਕੀ ਹੈ ਤੇ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਜਿਹੜੇ ਕਿ ਆਡਿਟ ਦੀ ਅਸੀਂ ਗੱਲ ਕਰਦੇ ਹਾਂ ਉਹ ਗੁਰੂ ਘਰ ਦਾ ਇੰਟਰਨਲ ਆਡਿਟ ਹੈ, ਚਾਹੇ ਉਹ ਇੰਟਰਨਲ ਹੋਵੇ ਜਾਂ ਐਕਸਟਰਨਲ ਹੋਵੇ, ਉਹ ਗੁਰੂ ਘਰ ਦੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਕੀਤਾ ਜਾਂਦਾ ਹੈ, ਨਾ ਕਿ ਇੱਕ ਦੂਜੇ ਦੀਆਂ ਗਲਤੀਆਂ ਕੱਢਣ ਵਾਸਤੇ। ਜੇ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਗਾਂਹ ਜਾ ਕੇ ਸੁਧਾਰਿਆ ਜਾ ਸਕਦਾ ਹੈ, ਇਸ ਲਈ ਹੀ ਆਡਿਟ ਕੀਤਾ ਜਾਂਦਾ ਹੈ। ਇੰਟਰਨਲ ਆਡਿਟ ਦੇ ਵਿੱਚ ਜਿਵੇਂ ਕਿ ਕਿਚਨ ਬਣਾਈ ਗਈ ਜਾਂ ਗੁਰੂ ਘਰ ਦੇ ਹੋਰ ਪ੍ਰਬੰਧ ਅੱਗੇ ਕੀਤੇ ਜਾਣੇ ਹਨ, ਉਹਨਾਂ ਦੇ ਵਿੱਚ ਕੀ ਊਣਤਾਈਆਂ ਰਹਿ ਗਈਆਂ, ਕੀ ਹੋਣਗੀਆਂ, ਗੁਰੂ ਘਰ ਦਾ ਇੱਕ ਪੈਸਾ ਵੀ ਖਰਾਬ ਨਾ ਹੋਵੇ, ਗੁਰੂ ਘਰ ਤੇ ਹੀ ਲੱਗੇ, ਉਸ ਦੇ ਵਾਸਤੇ ਇਸ ਦੀ ਇੰਪਰੂਵਮੈਂਟ ਵਾਸਤੇ ਹੀ ਕੀਤਾ ਜਾਣਾ ਹੈ। ਐਕਸਟਰਨਲ ਆਡਿਟ ਉਦੋਂ ਹੁੰਦਾ ਹੈ ਜਦੋਂ ਕਿਸੇ ਡਿਪਾਰਟਮੈਂਟ ਵਾਸਤੇ ਕੀਤਾ ਜਾਂਦਾ ਹੈ, ਜਾਂ ਇਹ ਕਹਿ ਲਓ ਕਿ ਇੱਕ ਜਾਣੇ ਦਾ ਦੂਜੇ ਦੇ ਨਾਲ ਜਾਂ ਇੱਕ ਕਮੇਟੀ ਦਾ ਦੂਸਰੀ ਆਉਣ ਵਾਲੀ ਕਮੇਟੀ ਦੇ ਨਾਲ ਤਾਲਮੇਲ ਨਹੀਂ ਬੈਠਦਾ ਤਾਂ ਉਹ ਝਗੜੇ ਦੀ ਸ਼ਕਲ ਲੈ ਲੈਂਦਾ ਹੈ, ਤਾਂ ਬਾਹਰੋਂ ਆਡਿਟ ਕਰਾਉਣਾ ਪੈਂਦਾ ਹੈ। ਉਸ ਨੂੰ ਐਕਸਟਰਨਲ ਆਡਿਟ ਕਹਿ ਸਕਦੇ ਹਾਂ। ਜਿਹੜੀ ਕਿ ਚੀਜ਼ ਸਹੀ ਨਹੀਂ, ਸਾਨੂੰ ਹਮੇਸ਼ਾ ਹੀ ਗੁਰੂ ਘਰ ਵਿੱਚ ਇੰਟਰਨਲ ਆਡਿਟ ਦੇ ਥਰੂ ਹੀ ਸਾਰਾ ਕੁਝ ਸੋਲਵ ਕਰ ਲੈਣਾ ਚਾਹੀਦਾ ਹੈ। ਜਦੋਂ ਗੁਰੂ ਘਰ ਦਾ ਇੰਟਰਨਲ ਆਡਿਟ ਕੀਤਾ ਜਾਣਾ ਹੈ ਜਾਂ ਹੋਵੇਗਾ, ਉਸ ਦੇ ਵਿੱਚ 4 ਚੀਜ਼ਾਂ ਹੋਣਗੀਆਂ। ਸਭ ਤੋਂ ਪਹਿਲਾਂ ਤਾਂ ਕੰਪਲਾਇੰਸ ਆਡਿਟ ਹੋਵੇਗਾ। ਕੰਪਲਾਇੰਸ ਆਡਿਟ ਦੇ ਵਿੱਚ ਇਹ ਵੇਖਿਆ ਜਾਏਗਾ ਜਿਹੜੀਆਂ ਵੀ ਅਸੀਂ ਇੱਥੇ ਗੱਲਾਂ ਕਰ ਰਹੇ ਹਾਂ ਧਾਰਮਿਕ ਇੱਕ ਅਧਿਆਤਮਕ ਲੈਵਲ ਤੇ ਨਹੀਂ, ਅਸੀਂ ਜਿਸ ਦੁਨੀਆ ਵਿੱਚ ਰਹਿੰਦੇ ਹਾਂ, ਜਿਸ ਦੇਸ਼ ਵਿੱਚ ਰਹਿੰਦੇ ਹਾਂ, ਉਸ ਦੇ ਕਾਨੂੰਨ ਅਨੁਸਾਰ ਕਰਾਂਗੇ। ਕਿਉਂਕਿ ਜੇਕਰ ਅਸੀਂ ਆਪਣੇ ਆਪ ਨੂੰ ਜਾਂ ਆਪਣੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਉਸ ਦੇ ਨਾਲ ਸਾਡਾ ਬਿਲਕੁਲ ਉਸ ਜਿਸ ਦੇਸ਼ ਦੇ ਵਿੱਚ ਰਹਿ ਰਹੇ ਹਾਂ ਉਸ ਦੇ ਕਾਨੂੰਨ ਦੇ ਨਾਲ ਵੀ ਕੰਪਲਾਇੰਸ ਹੋਣੀ ਚਾਹੀਦੀ ਹੈ। ਉਸ ਨੂੰ ਕੰਪਲਾਇੰਸ ਆਡਿਟ ਕਹਿੰਦੇ ਹਨ। ਆਪਰੇਸ਼ਨਲ ਆਡਿਟ ਹੋ ਜਾਂਦਾ ਹੈ ਕਿ ਜੋ ਸਾਨੂੰ ਪੈਸਾ ਤੇ ਲਾਉਂਦਾ ਹੈ ਜਾਂ ਗੁਰੂ ਘਰ ਦੇ ਵਿੱਚ ਪ੍ਰਬੰਧ ਚੱਲਦਾ ਹੈ, ਲੰਗਰ ਚੱਲਦਾ ਹੈ, ਅਖੰਡ ਪਾਠ ਸੇਵਾਵਾਂ ਹਨ, ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਉਸ ਦਾ ਪ੍ਰਬੰਧ ਕਿੱਦਾਂ ਚੱਲਦਾ ਹੈ ਤੇ ਕਿੱਦਾਂ ਹੋਣਾ ਚਾਹੀਦਾ ਹੈ। ਤੀਸਰਾ ਫਾਈਨੈਂਸ਼ੀਅਲ ਆਡਿਟ ਆਉਂਦਾ ਹੈ, ਜਿਹੜਾ ਕਿ ਭਾਈ ਸਾਹਿਬ ਹੁਣੇ ਦੇ ਕੇ ਗਏ ਹਨ। ਉਹ ਵੀ ਕੇਵਲ ਤੇ ਕੇਵਲ ਜਮ੍ਹਾਂ ਘਟਾਓ ਨਹੀਂ ਰਹਿ ਜਾਂਦਾ ਕਿ ਸਾਨੂੰ ਕਿੰਨੇ ਪੈਸੇ ਆਏ ਤੇ ਅੱਗੇ ਅਸੀਂ ਕਿੰਨੇ ਪੈਸੇ ਖਰਚੇ। ਉਸ ਵਾਸਤੇ ਉਸ ਫਾਈਨੈਂਸ਼ੀਅਲ ਆਡਿਟ ਨੂੰ ਕੰਪਲੀਟ ਕਰਨ ਵਾਸਤੇ ਸਾਡੇ ਕੋਲ ਕੰਪਲੀਟ ਡਿਟੇਲ ਹੋਣੀ ਚਾਹੀਦੀ ਹੈ, ਤਾਂ ਕਿ ਅਗਲੇ ਆਉਣ ਵਾਲੇ 5, 10, 15 ਸਾਲ ਦਾ ਅਸੀਂ ਬਜਟ ਤਿਆਰ ਕਰ ਸਕੀਏ ਤੇ ਗੁਰੂ ਘਰ ਦੇ ਸਾਰੇ ਹੀ ਆਪਰੇਸ਼ਨ ਸਹੀ ਤਰੀਕੇ ਨਾਲ ਚਲਾ ਸਕੀਏ। ਤੇ ਜਿਹੜੀਆਂ ਕਿ ਥ੍ਰੈਟਸ, ਜਿਸ ਨੂੰ ਇੰਗਲਿਸ਼ ਵਿੱਚ ਆਪਾਂ ਥ੍ਰੈਟਸ ਕਹਿੰਦੇ ਹਾਂ, ਕਿ ਸਾਡੇ ਲੜਾਈ ਝਗੜੇ ਉਤਪੰਨ ਹੋ ਜਾਂਦੇ ਹਨ, ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਤੀਸਰਾ ਪਰਫਾਰਮੈਂਸ ਹੈ ਕਿ ਜਿਹੜੀਆਂ ਗੁਰੂ ਘਰ ਦੇ ਵਿੱਚ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ, ਉਹਨਾਂ ਦਾ ਸੰਗਤ ਤੇ ਕੀ ਅਸਰ ਪੈਂਦਾ ਹੈ, ਜਾਂ ਜਿਹੜੇ ਸਾਡੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਹਨ ਜਾਂ ਲੜਾਈ ਝਗੜੇ ਚੱਲ ਜਾਂਦੇ ਹਨ, ਉਹਨਾਂ ਦਾ ਕੀ ਅਸਰ ਪੈਂਦਾ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਕੀ ਅਸਰ ਪੈਂਦਾ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇੱਥੇ ਕਿੰਨਾ ਕਰਕੇ ਖੁਸ਼ ਹਨ ਤੇ ਇੱਥੋਂ ਕੀ ਸਿੱਖ ਕੇ ਜਾਂਦੀਆਂ ਹਨ। ਜੇਕਰ ਅਸੀਂ ਹੁਣ ਝਾਤੀ ਮਾਰੀਏ ਕਿ ਗੁਰੂ ਘਰ ਦਾ ਆਡਿਟ ਨੂੰ ਕਰਨ ਵਾਸਤੇ, ਕੰਪਲਾਇੰਸ ਕਰਨ ਵਾਸਤੇ ਇਸ ਦੇਸ਼ ਦੇ ਕਾਨੂੰਨ ਦੇ ਨਾਲ ਕਿੰਨਾ ਕੁ ਉਹ ਕੰਪਲਾਇੰਸ ਹੈ, ਕਿੰਨਾ ਕੁ ਸਹੀ ਤਰੀਕੇ ਨਾਲ ਚੱਲਦਾ ਹੈ, ਤੇ ਆਪ ਸਕਰੀਨ ਤੇ ਦੇਖ ਸਕਦੇ ਹੋ। ਗਦਰੀ ਬਾਬਿਆਂ ਨੇ 1912 ਵਿੱਚ ਉਹ ਕਿੰਨੇ ਪੜ੍ਹੇ ਲਿਖੇ ਸੂਝਵਾਨ ਤੇ ਦੂਰ ਅੰਦੇਸ਼ੀ ਹੋਣਗੇ ਕਿ ਜਿਨ੍ਹਾਂ ਕਾਰਪੋਰੇਸ਼ਨ ਅੱਜ ਇੱਥੋਂ ਦੀ ਸਰਕਾਰ ਹਰੇਕ ਤੇ ਲਾਗੂ ਕਰ ਰਹੀ ਹੈ, ਜਿਵੇਂ ਅਸੀਂ ਸਾਰੇ ਬਿਜ਼ਨਸ ਸਾਹਿਬ, ਉਹਨਾਂ ਨੇ ਉਸ ਸਮੇਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾ ਦਿੱਤੀ, ਉਸ ਨੂੰ ਇੱਥੋਂ ਦੇ ਕਾਨੂੰਨ ਦੇ ਵਿੱਚ ਰਜਿਸਟਰ ਕਰ ਦਿੱਤਾ। ਡੇਟ ਆਪ ਦੇਖ ਸਕਦੇ ਹੋ 5/27/2012। ਪਰ ਬਦਕਿਸਮਤੀ ਨਾਲ ਅੱਜ ਉਹ ਸਸਪੈਂਡਡ ਹੈ। ਉਹ ਸਸਪੈਂਡਡ ਹੋਈ 12/29/2017 ਦੇ ਵਿੱਚ। ਉਸ ਤੋਂ ਅਗਲੀ ਸਕਰੀਨ ਜਿਹੜੀ ਥੱਲੇ ਦਿੱਤੀ ਗਈ ਹੈ ਨੀਲੀ ਬੈਕਗ੍ਰਾਉਂਡ ਦੇ ਨਾਲ, ਉਹਦੇ ਵਿੱਚ ਦੇਖ ਸਕਦੇ ਹੋ ਕਿ ਇਸ ਗੁਰੂ ਘਰ ਦੇ ਵਿੱਚ 4 ਵਾਰ ਮੇਜਰ ਚੇਂਜਸ ਆਏ। ਸਭ ਤੋਂ ਪਹਿਲਾਂ ਤਾਂ 1912 ਜੀ, ਜਦੋਂ ਦਾ ਢਾਂਚਾ ਤਿਆਰ ਕੀਤਾ ਗਿਆ। ਉਸ ਤੋਂ ਬਾਅਦ 1779 ਦੇ ਵਿੱਚ ਜਦੋਂ ਇੱਕ ਹੋਰ ਕਾਰਪੋਰੇਸ਼ਨ ਇਸੇ ਹੀ ਨਾਮ ਦੀ ਬਣਾ ਕੇ ਉਸ ਨੂੰ ਫ੍ਰਿਜਨੋ ਵੱਲ ਕੜਿਆ ਗਿਆ। ਉਹ ਉਸ ਦਾ ਪੁਰਾਣੀ ਗਦਰੀ ਬਾਬਿਆਂ ਦੀ ਕਮੇਟੀ ਦੇ ਨਾਲ ਕੋਈ ਸੰਬੰਧ ਨਹੀਂ ਸੀ।
ਆਰਗੇਨਾਈਜੇਸ਼ਨਲ ਰਿਕੁਐਸਟਮੈਂਟ ਆਪ ਜੇਕਰ ਕਾਰਪੋਰੇਸ਼ਨ ਦੇ ਨੰਬਰ ਦੇਖੋ ਇਹਦੇ ਵਿੱਚ ਜਿਹੜੀ ਕਿ ਸਟੇਟ ਇਸ਼ੂ ਕਰਦੀ ਹੈ ਦੋਨੇ ਹੀ ਡਿਫਰੈਂਟ ਹਨ। ਉਸ ਤੋਂ ਅੱਗੇ 1979 ਤੋਂ ਬਾਅਦ 1981 ਤੇ ਫਿਰ 2002 ਦੇ ਵਿੱਚ ਅੱਜ ਜਿੰਨਾ ਵੀ ਪ੍ਰਬੰਧ ਇਸ ਗੁਰੂ ਘਰ ਵਿੱਚ ਚੱਲਦਾ ਹੈ ਉਹ 1912 ਵਾਲੀ ਕਾਰਪੋਰੇਸ਼ਨ ਦੇ ਅਕੋਰਡਿੰਗ ਨਹੀਂ ਜੋ ਗੱਦੀ ਬਾਬੇ ਨੇ ਬਣਾਈ ਸੀ। ਜਿਹੜੀ 2002 ਦੇ ਵਿੱਚ ਇਸ ਗੁਰੂ ਘਰ ਵਿੱਚ ਨਵੀਂ ਬਣਾਈ ਗਈ ਉਸ ਦੇ ਅਕੋਰਡਿੰਗ ਚੱਲਦਾ ਹੈ। ਸੋ ਕੰਪਲਾਈਂਸ ਆਡਿਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਜ਼ੋਰ ਦੇਣ ਵਾਲੀ ਗੱਲ ਹੈ ਕਿ ਜਿਹੜੀ ਗੱਦੀ ਬਾਬਿਆਂ ਨੇ ਕਾਰਪੋਰੇਸ਼ਨ ਬਣਾਈ ਸੀ ਉਸ ਨੂੰ ਦੁਬਾਰਾ ਐਕਟੀਵੇਟ ਕਰਕੇ ਸਾਰਾ ਪ੍ਰਬੰਧ ਉਸ ਦੇ ਅੰਡਰ ਲਿਆਉਣਾ ਚਾਹੀਦਾ ਹੈ। ਇਸ ਤੋਂ ਅੱਗੇ ਇੱਕ ਡਿਪਾਰਟਮੈਂਟ ਜਸਟਿਸ ਹੁੰਦਾ ਹੈ USA ਦੇ ਵਿੱਚ। ਹਰੇਕ ਸਟੇਟ ਦਾ ਆਪਣਾ ਡਿਪਾਰਟਮੈਂਟ ਜਸਟਿਸ ਹੁੰਦਾ ਹੈ ਜਿਸ ਨੂੰ ਕਿ ਅਸੀਂ ਕੋਰਟ ਸਿਸਟਮ ਕਹਿੰਦੇ ਹਾਂ। ਇਹ ਸਕਰੀਨ ਜੋ ਆਪ ਦੇਖ ਰਹੇ ਹੋ ਇਹ ਡਿਪਾਰਟਮੈਂਟ ਆਫ ਜਸਟਿਸ ਦੇ ਵੈਬਸਾਈਟ ਤੋਂ ਲਈ ਗਈ ਹੈ ਜੋ ਕਿ ਗੁਰੂ ਘਰ ਵਿੱਚ ਰਿਕਾਰਡ ਕੀਤੀ ਗਈ। ਹੁਣ ਇਸ ਦੇ ਵਿੱਚ ਹੋ ਸਕਦਾ ਹੈ ਕਿ ਮੈਂ ਵੀ ਗਲਤ ਹੋਵਾਂ ਕਿਉਂਕਿ ਕੋਈ ਵੀ ਪੂਰਾ ਨਹੀਂ, ਪੂਰੇ ਕੇਵਲ ਗੁਰੂ ਸਾਹਿਬ ਹਨ। ਜੇਕਰ ਕੋਈ ਗਲਤੀ ਹੋਵੇ ਤੇ ਆਪ ਉਸ ਨੂੰ ਡਿਸਕਸ ਕਰ ਸਕਦੇ ਹੋ। ਇਸ ਦੇ ਵਿੱਚ ਜੇਕਰ ਆਪ ਸੱਜੇ ਪਾਸੇ ਕਾਰਨਰ ਤੇ ਦੇਖੋ ਜੋ ਅੱਜ ਇਸ ਗੁਰੂ ਘਰ ਵਿੱਚ ਬਾਇਲਾ ਵਰਤੇ ਜਾ ਰਹੇ ਹਨ ਜਾਂ ਇਸ ਦਾ ਪ੍ਰਬੰਧ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਘਰ ਦੇ ਬਾਇਲਾ ਕੋਡ ਦੁਆਰਾ ਪਾਸ ਕੀਤੇ ਗਏ ਤੇ ਉਸ ਨੂੰ ਇਸ ਗੁਰੂ ਘਰ ਵਿੱਚ ਲਾਗੂ ਕੀਤਾ ਗਿਆ, ਉਹ 2002 ਵਾਲੀ ਕਾਰਪੋਰੇਸ਼ਨ ਦੇ ਉੱਤੇ ਹੈ, ਨਾ ਕਿ ਗੱਦੀ ਬਾਬਿਆਂ ਵਾਲੀ ਦੇ ਉੱਤੇ। ਹੁਣ ਜੇਕਰ ਇਸ ਕੋਡ ਇਸ ਬਾਇਲਾਜ਼ ਨੂੰ ਜੇਕਰ ਕਿਸੇ ਨੇ ਵੀ ਚੈਲੰਜ ਕਰਨਾ ਹੋਵੇ ਤੇ ਬੜੀ ਹੀ ਸੌਖੇ ਤਰੀਕੇ ਨਾਲ ਕਰ ਸਕਦਾ ਹੈ, ਚਾਹੇ ਕਿ ਕੋਰਟ ਤੋਂ ਹੀ ਪਾਸ ਹੋ ਜਾਣ। ਉਸ ਦਾ ਕਾਰਨ ਹੈ ਜੇਕਰ ਆਪ ਇਸ ਤੇ ਡੇਟ ਦੇਖੋ ਤਾਂ ਲਿਖੀ ਹੋਈ ਇਸ ਬਾਇਲਾਜ਼ ਨੂੰ ਕਦੋਂ ਬਣਾਇਆ ਗਿਆ 12/31/1990। ਜਦ ਦੇ ਉੱਪਰ ਕਾਰਪੋਰੇਸ਼ਨ ਦਾ ਨੰਬਰ ਦੇਖੋ ਇੱਥੇ ਲਿਖਿਆ ਹੈ 24/71/275। ਸੱਜੇ ਪਾਸੇ ਦੇਖਦੇ ਹੋ। ਪਿਛਲੀ ਸਕਰੀਨ ਤੇ ਦੇਖੋ ਕਾਰਪੋਰੇਸ਼ਨ ਬਣੀ ਹੈ 2002 ਦੇ ਵਿੱਚ ਤੇ ਇਸ ਦੇ ਬਾਇਲਾ ਬਣ ਰਹੇ ਹਨ 1990 ਦੇ ਵਿੱਚ। ਜੇਕਰ ਟੈਕਨੀਕਲ ਤਰੀਕੇ ਨਾਲ ਸੋਚਿਆ ਜਾਵੇ ਤਾਂ ਇਹ ਉਸ ਤੋਂ 10, 12 ਜਾਂ 20 ਸਾਲ ਪਹਿਲਾਂ ਹੀ ਬਣ ਗਏ ਜਿਹੜੇ ਕਿ ਸੰਭਵ ਨਹੀਂ। ਸੋ ਉਹ ਉਸ ਇਹੀ ਹੋਣੇ ਚਾਹੀਦੇ ਸਨ ਜੋ ਗੱਦੀ ਬਾਬਿਆਂ ਦੀ ਸੀ। ਫਿਰ ਇੱਕ ਬੜਾ ਹੀ ਵੱਡਾ ਭੁਲੇਖਾ ਇੱਥੇ ਪਾਇਆ ਗਿਆ ਕਿ ਜਿਹੜੀ ਫਿਜ਼ੀਕਲ ਕਾਰਪੋਰੇਸ਼ਨ ਗਈ ਸੀ ਉਸ ਨੂੰ ਵਾਪਸ ਇੱਥੇ ਲਿਆਂਦਿਆ ਗਿਆ 2002 ਦੇ ਵਿੱਚ ਜਾਂ ਜਦੋਂ ਵੀ ਲਿਆਂਦਾ ਗਿਆ, ਪਰ ਉਸ ਕਾਰਪੋਰੇਸ਼ਨ ਦਾ ਗੱਦੀ ਬਾਬਿਆਂ ਦੀ ਕਾਰਪੋਰੇਸ਼ਨ ਦੇ ਨਾਲ ਕੋਈ ਸੰਬੰਧ ਨਹੀਂ ਸੀ। ਉਸ ਨੂੰ ਦੁਬਾਰਾ ਲਾਗੂ ਕੀਤਾ ਜਾ ਸਕਦਾ ਹੈ। ਇੱਥੇ ਇਹ ਵੀ ਝਾਤੀ ਮਾਰਨ ਵਾਲੀ ਗੱਲ ਹੈ ਕਿ ਜਦੋਂ ਗੱਦੀ ਬਾਬਿਆਂ ਨੇ ਇੱਥੇ ਕਾਰਪੋਰੇਸ਼ਨ ਕੀਤੀ ਜਾਂ ਆਰਗੇਨਾਈਜੇਸ਼ਨ ਬਣਾਈ ਉਹਨਾਂ ਦਾ ਵਿਜ਼ਨ ਕੀ ਸੀ, ਕਿਉਂ ਬਣਾਈ ਗਈ, ਉਹਨਾਂ ਦਾ ਮਿਸ਼ਨ ਕੀ ਸੀ ਤੇ ਵੈਲਿਊ ਕੀ ਸੀ। ਵਿਜ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੀ ਚਾਹੁੰਦੇ ਹਨ, ਉਹ ਕੀ ਕਹਿੰਦੇ ਹਨ ਕਿ ਸਾਡੀਆਂ ਪੀੜ੍ਹੀਆਂ ਕਿਸ ਤਰ੍ਹਾਂ ਸਾਂਭੀਆਂ ਜਾਣ। ਮਿਸ਼ਨ ਦਾ ਮਤਲਬ ਹੈ ਉਹ ਕਿਉਂ ਬਣਾਈ ਗਈ ਤੇ ਉਸ ਦਾ ਕਾਰਨ ਕੀ ਹੈ, ਕਾਜ਼ ਕੀ ਹੈ। ਵੈਲਿਊ ਉਹਨਾਂ ਨੇ ਆਪਣੀ ਆਇਡੈਂਟੀਟੀ ਨੂੰ, ਆਪਣੀ ਦਸਤਾਰ ਨੂੰ ਜਿਨ੍ਹਾਂ ਦੇ ਸਿਰ ਤੇ ਅੱਜ ਅਸੀਂ ਮਾਣ ਕਰਦੇ ਹਾਂ ਉਸ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਿਆ ਕਿ ਅਸੀਂ ਉਸ ਨੂੰ ਕਿਸ ਤਰ੍ਹਾਂ ਰੱਖਣਾ ਹੈ। ਜੇਕਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਚਾਹੇ ਉਹ ਕਰੰਟ ਕਮੇਟੀ ਹੈ ਜਾਂ ਪੁਰਾਣੀ ਕਮੇਟੀ ਹੈ, ਅਸੀਂ ਕੀ ਕਰਦੇ ਹਾਂ ਕਿ ਸਾਡੀ ਜਿਹੜੀ ਟਰਮ ਆਈ ਹੈ ਉਸ ਦਾ ਹਿਸਾਬ ਕਿਤਾਬ ਸਹੀ ਹੋਣਾ ਚਾਹੀਦਾ ਹੈ। ਨਵੀਂ ਕਮੇਟੀ ਆਏਗੀ ਉਸ ਦਾ ਹਿਸਾਬ ਕਿਤਾਬ ਸਹੀ ਹੋਵੇਗਾ ਜਾਂ ਨਹੀਂ ਹੋਵੇਗਾ ਉਸ ਦਾ ਉਹਨਾਂ ਨੂੰ ਕੋਈ ਤਾਲੁਕ ਨਹੀਂ, ਜਾਂ ਪਿਛਲੀ ਦਾ ਕੀ ਸੀ ਉਸ ਦਾ ਉਹਨਾਂ ਨੂੰ ਕੋਈ ਤਾਲੁਕ ਨਹੀਂ। ਪਰ ਇਸ ਤਰੀਕੇ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਸਿਖਾ ਰਹੇ ਹਾਂ, ਸਾਨੂੰ ਆਪਣਾ ਵਿਜ਼ਨ ਉਹਨਾਂ ਵਾਲਾ ਹੀ ਰੱਖਣਾ ਪਏਗਾ। ਹੁਣ ਫਾਈਨੈਂਸ਼ੀਅਲ ਆਡਿਟ ਦੇ ਉੱਤੇ ਜਿਵੇਂ ਗੁਰੂ ਘਰ ਦਾ ਕੀਤਾ ਗਿਆ ਉਸ ਦੇ ਵਿੱਚ 4 ਚੀਜ਼ਾਂ ਨੂੰ ਮੁੱਖ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ ਕਿ ਜਦੋਂ ਕੋਈ ਵੀ ਨਵਾਂ ਪ੍ਰੋਜੈਕਟ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਤੇ ਉਸ ਦੀ ਡਿਸੀਜਨ ਮੇਕਿੰਗ ਕਿੱਦਾਂ ਹੋਏਗੀ, ਉਹ ਕਿੰਨੀ ਕੁ ਅੰਪੈਰੀਕਲ ਹੋਵੇਗੀ ਜਾਂ ਕਿੰਨਾ ਸਿਧਾਂਤਾਂ ਦੇ ਉੱਤੇ ਹੋਵੇਗੀ ਜਿਸ ਤੇ ਕਿ ਕੋਈ ਕਿੰਤੂ ਨਾ ਆ ਸਕੇ। ਉਸ ਦੇ ਬਜਟ ਨੂੰ ਕਿੱਦਾਂ ਕੰਟਰੋਲ ਕਰਨਾ ਹੈ ਤੇ ਉਸ ਦੇ ਵਿੱਚ ਆਉਣ ਵਾਲੀਆਂ ਦੁੱਧਾਂ ਨੂੰ ਜਿਵੇਂ ਕਿ ਵਾਧੂ ਖਰਚਾ ਹੋ ਗਿਆ ਜਾਂ ਖਰਚਾ ਵੱਧ ਗਿਆ ਘਟ ਗਿਆ ਉਸ ਦੀ ਐਕੂਰੇਸੀ ਕਿੱਦਾਂ ਰੱਖਣੀ ਹੈ। ਇਸ ਚੀਜ਼ ਨੇ ਆਉਣ ਵਾਲੇ ਬਾਕੀ ਭਵਿੱਖ ਦੇ ਪ੍ਰੋਜੈਕਟਾਂ ਨੂੰ ਵੀ ਨਿਰਧਾਰਿਤ ਕਰਨਾ ਹੈ। ਪਰਫਾਰਮੈਂਸ ਦੇ ਵਿੱਚ ਜਿਹੜਾ ਕਿ ਆਡਿਟ ਦਾ ਹੀ ਹਿੱਸਾ ਹੈ ਜੇਕਰ ਅਸੀਂ ਫਾਈਨੈਂਸ਼ੀਅਲ ਆਡਿਟ ਕਰਦੇ ਹਾਂ ਉਸ ਦੀ ਇਫੈਕਟਿਵਨੈਸ, ਕਿਉਂਕਿ ਜੇਕਰ ਅਸੀਂ ਗੁਰੂ ਘਰ ਦਾ $1,00,000 ਖਰਚ ਦੇਵਾਂਗੇ ਉਹ ਕਿੰਨੇ ਸਮੇਂ ਵਾਸਤੇ ਸਹੀ ਰਹੇਗਾ, ਕੀ ਉਹ $1,00,000 ਦਾ ਗੁਰੂ ਘਰ ਨੂੰ ਕਿੰਨੇ ਚਿਰ ਵਾਸਤੇ ਫਾਇਦਾ ਹੋਏਗਾ ਤੇ ਕੀ ਮਿਲੇਗਾ, ਉਹਦੀ ਐਫੀਸ਼ੀਐਂਸੀ ਕਿੰਨੇ ਸਹੀ ਤਰੀਕੇ ਨਾਲ ਆਇਆ ਕਿ ਕੋਈ ਵੀ ਉਸ ਤੇ ਕੁਐਸਚਨ ਨਾ ਕਰ ਸਕੇ, ਉਹ ਕਿੰਨਾ ਕੁ ਇਫੈਕਟਿਵ ਹੈ, ਉਸ ਦੇ ਨਾਲ ਕੀ ਫਿਊਚਰ ਦੇ ਵਿੱਚ ਸਾਨੂੰ ਉਸੇ ਹੀ ਚੀਜ਼ ਨੂੰ ਦੁਬਾਰਾ ਕਰਨ ਦੀ ਲੋੜ ਪਏਗੀ, ਉਸ ਦੇ ਵਿੱਚ ਕੀ ਗਰੋਥ ਹੋਏਗੀ ਤੇ ਅਸੀਂ ਉਸ ਤੋਂ ਕੀ ਅਚੀਵ ਕੀਤਾ। ਜੇਕਰ ਅਸੀਂ ਗੁਰੂ ਘਰ ਸਟਾਕ ਦੇ ਆਡਿਟ ਦੀ ਗੱਲ ਕਰੀਏ ਤਾਂ ਸਾਨੂੰ ਕੀ ਚਾਹੀਦਾ ਹੈ ਤਾਂ ਉਸ ਦੇ ਵਿੱਚ ਸਾਨੂੰ ਉਸ ਦੇ ਆਬਜੈਕਟਿਵ ਦਾ ਧਿਆਨ ਰੱਖਣਾ ਪਏਗਾ ਕਿ ਅਸੀਂ ਇਸ ਗੁਰੂ ਘਰ ਨੂੰ ਕਿੱਥੋਂ ਤੱਕ ਕਰਨਾ ਚਾਹੁੰਦੇ ਹਾਂ। ਸਕੋਪ ਦਾ ਮਤਲਬ ਹੈ ਕੇਵਲ ਇਹੀ ਟਰਮ ਨਹੀਂ ਜਿਸ ਟਰਮ ਦੇ ਵਿੱਚ ਕੀਤਾ ਜਾਂਦਾ ਹੈ। ਜੇਕਰ ਅਸੀਂ ਸਰਕਾਰੀ ਡਿਪਾਰਟਮੈਂਟਾਂ ਦਾ ਵੀ ਦੇਖੀਏ ਤੇ ਘੱਟੋ ਘੱਟ 3 ਸਾਲ ਦਾ ਆਡਿਟ ਇਕੱਠਾ ਪਰਫਾਰਮ ਕੀਤਾ ਜਾਂਦਾ ਹੈ, ਕੇਵਲ 1 ਸਾਲ ਦਾ ਨਹੀਂ ਕੀਤਾ ਜਾ ਸਕਦਾ, ਤਾਂ ਕਿ ਉਸ ਨੂੰ ਕੰਪੇਅਰ ਕੀਤਾ ਜਾ ਸਕੇ ਪਿਛਲੀ ਕਮੇਟੀ ਨੇ ਕੀ ਕੀਤਾ ਤੇ ਹੁਣ ਦੀ ਕਮੇਟੀ ਕੀ ਕਰਦੀ ਹੈ ਤੇ ਅਗਲੀ ਕਮੇਟੀ ਨੂੰ ਕੀ ਕਰਨਾ ਚਾਹੀਦਾ ਹੈ।
उसका क्राइटेरिया पहला ही सैट होना चाहिए है। जेकर ऑडिट होएगा किहड़े बेस ते होएगा, किन्ना किन्ना टर्मां ते होएगा, उस दे विच की रूल्स होणगे ते की प्रोसीजर होवेगा। हुण जदों इसदा ऑडिट करने की कोशिश की गई ना, उस दे विच दो सब तो वड्डियां मुश्किलां आईयां। सब तो पहला ऑडिट कैलेंडर ईयर किया जाए या फिजिकल ईयर किया जाए। कैलेंडर ईयर ऑडिट का मतलब है जनवरी 1 तो स्टार्ट होना ते दिसंबर 31 नूं खत्म हो जाना। उस हिसाब नूं खत्म कर देना, उस दे विच जो भी कुछ है उसनूं दस देना। पर जिद्दां कि असीं जाणदे हां कि इह खालसे दा गुरु घर है, सिखां दा गुरु घर है। सिखां दा नवां साल 1 तरीक नूं चढ़दा है ते तकरीबन मार्च दे मिड दे विच फरवरी दे एंड विच खत्म हो जाता है। उसनूं इत्थों दी सरकार कानूनी तौर पर लागू करने की इजाजत देती है, पर कभी कोशिश ही नहीं की गई। हुण जदों हिसाब किया जाता है गुरु घर या स्टेज से दस्सिया जाता है, वो 1 मार्च को दस्सिया जाता है या 15 मार्च को दस्सिया जाता है। पर जदों उसनूं किसी लोन वास्ते या किसी सरकारी दरबारे देने वास्ते कि साडा आ हिसाब किताब है, या जदों कोई ऑडिट हुंदा है तो उसनूं कैलेंडर ईयर विच लिया जाता है। सो उसका कंपैरिजन करना संभव ही नहीं हुंदा। ये सब तो बड़ी मुश्किल है। सो जदों भी सब तो बड़ी बेनती यह है कि सब तो पहला तो इस चीज़ पर ध्यान दिता जाए कि इसको फिजिकल ईयर कन्वर्ट किया जाए, ताकि उसका ऑडिट पुरानी कमेटी नवी कमेटी के होर आने वाली कमेटियों के नाल कंपेयर करके उसको सही तरीके नाल लागू किया जा सके। हुण गुरु घरों जिहड़ियां सेवावां दित्तियां जांदियां हन, उसनूं असीं प्रोडक्ट प्रोसैस सिस्टम में लैंदे हां। प्रोडक्ट का मतलब हुंदा है जिन्नियां भी सर्विस, जिवें लंगर की सेवा चलती है, अखंड पाठ चलता है, कथा कीर्तन चलता है, वो किस तरीके नाल चलता है, उसनूं कि सारे ग्रंथी रागी ढाडियां नूं ओह वाजिब मुल मिलता है या वह वाजिब तनख्वाह मिलती है जिस नाल वो अपना गुजारा कर सकन। इन्हां सिस्टमां नूं किद्दां सुधारिया जा सकदा है, किद्दां कंट्रोल किया जा सकदा है, उसनूं असीं प्रोडक्ट फाइनैंशियल ऑडिट दे विच लै सकदे हां। प्रोसैस तरीका हुंदा है कि उसनूं किस तरीके नाल एक सैट ऑफ रूल्स कर दित्ता जाए, क्योंकि एक कमेटी आई उसने अपना कानून बना लिया, दूजी कमेटी आई उसने अपना बना लिया, तीजी आई उसने अपना बना लिया। इस तरह ना होए, एक सैट ऑफ स्टैंडर्ड्स होवे जिस दे अकॉर्डिंग हर कमेटी नूं उसनूं लागू करना उसकी मजबूरी होवे। तीसरा सिस्टम असीं दो तरीके नाल देख सकते हैं, स्ट्रक्चर ते फंक्शनल। स्ट्रक्चर जिहड़ा सिस्टम है वो करंट अज की चल रहा है, सारियां सेवावां किस तरह चल रही हैं कि असीं किस जगह ते खड़े हाँ, ते फंक्शनल दे विच इह आ जाएगा कि असीं कित्थों तक जाना चाहुंदे हां जां साडा भविख विच की उद्देश है। जिवें कि दस्सिया एक ओल्ड एज होम शुरू करना है, लाइब्रेरी बनाउणी है, म्यूजियम बनाउणा है, उन्हां दे स्टैंडर्ड्स की होणगे। ये ना होवे कि एक कमेटी ते दूजी कमेटी उसदे उल्टा करके कुछ होर ही बना देवे। हुण एसेट की जे गल करिए, गुरु घर कोल इस वक्त अपनी बिल्डिंग है, किचन है, लाइब्रेरी है, दूसरे हाल हैं, पर उन्हां दा कभी भी मुलांकन या अप्रेजल करा के, क्योंकि यूजली तो चाहिए है कि कोई भी सिख उसनूं अप्रेजल करा के उस एसेट्स की सही कीमत करके उसनूं एक्चुअली डेप्रीशिएट भी किया जा सके, तां कि गुरु घर दे सारे एसेट्स दा सही मुल कढिया जा सके। इक्विपमेंट की गल हुई तो इक्विपमेंट ये कह दिता गया कि 2 गड्डियां हैं या आ चीज़ है, पर इक्विपमेंट के गुरु घर में ओवन हैं या होर कोई भी चीज़ आ जाती है, फर्नीचर है, सारियां ही आउंदियां, उन्होंने भी कोई लिस्ट नहीं तैयार हुई। हाँ, गुरु घर के बैंक अकाउंट बैंक ऑफ स्टॉक चलते हैं, वो सही हैं, पर जो कैश हैंडलिंग की गल करिए तो वो अज तक सही तरीके नहीं की गई। कैश हैंडलिंग सब तो बड़ी प्रॉब्लम उदों आई जो चैक किया कि कुछ सीटां के उत्ते जो गुरु घर सेवा दी जाती है, तो सपोज करो कि जे $2500 सेवा दी है किसी काम वास्ते, उस दे विचों $500 लांगरी की सेवा है, 2000 गुरु घर वास्ते है, या कह लो 500 ग्रंथी सिंह वास्ते है, तो 2000 गुरु घर वास्ते है, तो 500 वखरा दे के बैंक के विच नहीं गया, 2000 ही बैंक के विच गया, तो बैंक स्टेटमेंट के नालों कन्फ्लिक्ट कर गया, वो मैच नहीं किया। जिहड़ा कि इदां नहीं हो सकता, जबकि एक सिस्टम होना चाहिए है, कभी भी रसीद के उत्ते कटिंग नहीं करनी, जे करनी है तो सब तो पहला उसको जमा कराओ, उसको जमा करा के फिर गुरु घर के बैंक विचों ही सारा कुछ दिता जाए। रेंटल प्रॉपर्टी गुरु घर को 21 रेंटल प्रॉपर्टीज हैं, पर केवल 2 या 3 प्रॉपर्टी तो अलावा किसी की भी सैटलमेंट स्टेटमेंट नहीं मिली। सैटलमेंट स्टेटमेंट कह तो भावे किन्ने का खरीदा, उसकी लैंड वैल्यू की सी कि उसकी बिल्डिंग वैल्यू की है। जेकर उसकी लैंड वैल्यू तो बिल्डिंग वैल्यू का पता नहीं होगा, डेप्रीशिएट नहीं होगा, तो ऑडिट के लिए प्रॉब्लम आनी ही आनी है। सो इस एक चीज़ का होर ध्यान रखना पड़ेगा कि सारी लीडरशिप इतने की करेगी, या गुरु घर की जी भी लीडरशिप होती है वो किस तरह काम करे या किस तरह की होनी चाहिए, उसकी क्वालिटियां होनी चाहिए, तां ही इस सिस्टम को सुधारा जा सकता है। उसनूं 5 हिस्सों में वंडिया गया। सब तो पहला ट्रांसफॉर्मेशनल,
ਅਥਾਰਟੇਟਿਵ ਤੇ ਸਰਵੈਂਟ, ਇਹ ਤਿੰਨ ਤਰ੍ਹਾਂ ਦੀ ਗੁਰੂ ਘਰ ਵਿੱਚ ਪ੍ਰਮਾਣਿਤ ਲੀਡਰਸ਼ਿਪ ਹੈ। ਟਰਾਂਸਫਾਰਮੇਸ਼ਨਲ ਦੀ ਸਭ ਤੋਂ ਵੱਡੀ ਐਗਜ਼ਾਮਪਲ ਅਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਲੈਂਦੇ ਹਾਂ, ਜਿਸ ਨੇ ਕਿ ਇੱਕ ਛੋਟੇ ਜਿਹੇ ਕਸਬੇ ਤੋਂ ਲੈ ਕੇ ਗੁਜਰਾਂਵਾਲੇ ਤੋਂ ਏਡਾ ਵੱਡਾ ਪੰਜਾਬ ਦਾ ਰਾਜ ਕਾਇਮ ਕਰ ਦਿੱਤਾ। ਜੇ ਅਥਾਰਟੇਟਿਵ ਦੀ ਗੱਲ ਕਰੀਏ ਤਾਂ ਅਸੀਂ ਅਕਾਲੀ ਫੂਲਾ ਸਿੰਘ ਜੀ ਤੋਂ ਲੈਂਦੇ ਹਾਂ। ਉਸ ਕੋਲ ਇੰਨੀ ਪਾਵਰ ਸੀ, ਇੰਨੀ ਅਥਾਰਟੀ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਜਾਂ ਖਾਲਸੇ ਰਾਜ ਦੁਆਰਾ ਲਏ ਗਏ ਕਿਸੇ ਵੀ ਡਿਸੀਜਨ ਨੂੰ ਬਦਲ ਸਕਦਾ ਸੀ। ਸਰਵੈਂਟ ਦੀ ਸੀ ਭਾਈ ਕਨਈਆ ਜੀ ਤੋਂ, ਹਰੀ ਸਿੰਘ ਨਲੂਏ ਤੋਂ, ਬਾਬਾ ਦੀਪ ਸਿੰਘ ਜੀ ਤੋਂ, ਇਹਨਾਂ ਸਾਰਿਆਂ ਤੋਂ ਲੈ ਜਾ ਸਕਦੇ ਜਿਨ੍ਹਾਂ ਤਨ ਮਨ ਨਾਲ ਗੁਰੂ ਘਰ ਦੀ ਸੇਵਾ ਕੀਤੀ। ਹੁਣ ਜਿਹੜੀ ਅੱਜ ਦੀ ਸਾਡੀ ਇਹ ਕਹਿ ਲਓ ਵੀ ਲੀਡਰਸ਼ਿਪ ਚੱਲ ਰਹੀ ਹੈ, ਉਹ ਆਖਰੀ ਦੋ ਤਰੀਕੇ ਨਾਲ ਚੱਲ ਰਹੀ ਹੈ, ਜਿਹੜੀ ਕਿ ਪੇਸਮੇਟਿੰਗ ਤੇ ਸਿਚੁਏਸ਼ਨਲ ਹੈ। ਪੇਸਮੇਟਿੰਗ ਕੀ ਹੈ ਕਿ ਗੁਰੂ ਘਰ ਵਿੱਚ ਆਹ ਪ੍ਰਧਾਨ ਹੋਣਾ ਚਾਹੀਦਾ ਹੈ, ਆਹ ਨਹੀਂ ਹੋਣਾ ਚਾਹੀਦਾ। ਕਿਸ ਨੂੰ ਪ੍ਰਧਾਨਗੀ ਮਿਲਣੀ ਚਾਹੀਦੀ ਹੈ, ਕਿਸ ਨੂੰ ਨਹੀਂ ਮਿਲਣੀ ਚਾਹੀਦੀ। ਇੱਕ ਪਾਰਟੀ ਦੂਜੀ ਪਾਰਟੀ ਦੇ ਨਾਲ ਹਮੇਸ਼ਾ ਹੀ ਇਹ ਚੀਜ਼ਾਂ ਚੱਲਦੀਆਂ, ਪਰ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਅਸੀਂ ਤਰੱਕੀ ਨਹੀਂ ਕਰ ਸਕਦੇ। ਉਸ ਤੋਂ ਸਿਚੁਏਸ਼ਨ ਅੱਗੇ ਆ ਜਾਂਦੀ ਹੈ ਸਿਚੁਏਸ਼ਨ। ਕੁਛ ਇਸ ਤਰ੍ਹਾਂ ਦੇ ਵੀ ਹਨ ਕਿ ਜਿਹੜਾ ਪਾਸਾ ਭਾਰਾ ਵੇਖਿਆ ਉਸ ਪਾਸੇ ਹੋਵੇ। ਇਹ ਦੋਨੇ ਹੀ ਗੁਰੂ ਘਰ ਵਿੱਚ ਪ੍ਰਵਾਨ ਨਹੀਂ, ਇਸ ਨੂੰ ਸੁਧਾਰਨ ਦੀ ਬਹੁਤ ਲੋੜ ਹੈ। ਹੁਣ ਗੁਰੂ ਘਰ ਦੀ ਆਡਿਟ ਵਾਸਤੇ ਕੁਝ ਰਿਕਮੈਂਡੇਸ਼ਨ ਹਨ। ਗੁਰੂ ਘਰ ਦਾ ਆਡਿਟ ਤਦ ਤੱਕ ਕੰਪਲੀਟ ਨਹੀਂ ਕੀਤਾ ਜਾ ਸਕਦਾ ਅਸੀਂ ਜਿੰਨੀ ਵਾਰੀ ਮਰਜ਼ੀ ਕਹਿ ਦਈਏ ਕਿ ਅਸੀਂ ਹਿਸਾਬ ਕਿਤਾਬ ਕਰ ਲਿਆ ਹੈ, ਆਹ ਹਿਸਾਬ ਦੇ ਦਿੱਤਾ, ਆਹ ਮਾਈਨਸ ਹੋ ਗਿਆ, ਪਲੱਸ ਹੋ ਗਿਆ। ਇਸ ਦੇ ਵਿੱਚ ਕਦੀ ਵੀ ਟਰਾਂਸਪੇਰੈਂਸੀ ਤੇ ਕਲੀਅਰੈਂਸ ਨਹੀਂ ਆ ਸਕਦੀ ਜਦ ਤੱਕ ਅਸੀਂ ਸਭ ਤੋਂ ਪਹਿਲਾਂ ਤਾਂ 1912 ਵਾਲੇ ਜਿਸ ਬੇਸ ਨੂੰ ਲੈ ਕੇ ਅਸੀਂ ਚੱਲੇ ਹਾਂ ਉਹ ਬੇਸ ਇੱਥੇ ਲਾਗੂ ਕਰਾ ਲਈਏ, ਉਸ ਨੂੰ ਐਕਟਿਵ ਕਰ ਲਈਏ। ਤੇ ਇਹ ਹੋ ਸਕਦਾ ਹੈ ਕਿ ਫਿਸਕਲ ਈਅਰ 1 ਚੇਤ ਤੋਂ ਲੈ ਕੇ ਦੇਸੀ ਮਹੀਨਿਆਂ ਦੇ ਅਖੀਰ ਤੱਕ ਹੀ ਚੱਲ ਸਕਦਾ ਹੈ। ਉਸ ਤੋਂ ਅੱਗੇ ਆਇਡੈਂਟੀਫਿਕੇਸ਼ਨ ਆਫ ਪਰਚੇਜਸ ਦੀ ਹੋ ਜਾਂਦੀ ਹੈ ਵੀ ਜਿੰਨੀ ਵੀ ਗੁਰੂ ਘਰ ਦੀਆਂ ਪ੍ਰਾਪਰਟੀਆਂ ਹਨ, ਇਕਵਿਪਮੈਂਟ ਹੈ, ਕੁਛ ਵੀ ਲਿਆ ਹੈ, ਉਸ ਦੀ ਇੱਕ ਲਿਸਟ ਬਣਾਈ ਜਾਵੇ ਸਾਡੇ ਕੋਲ ਕੀ ਹੈ। ਚਾਹੇ ਗੁਰੂ ਘਰ ਵਾਸਤੇ ਅਸੀਂ ਥਾਲੀਆਂ ਖਰੀਦੀਆਂ, ਚਾਹੇ ਕੋਈ ਵੱਡੀ ਇਕਵਿਪਮੈਂਟ ਖਰੀਦੀ, ਚਾਹੇ ਕਿਚਨ ਬਣਾਈ, ਚਾਹੇ ਗੁਰੂ ਘਰ ਦੀ ਬਿਲਡਿੰਗ ਬਣਾਈ, ਨਵਾਂ ਕਰ ਖਰੀਦਿਆ, ਹਰੇਕ ਦੀ ਇੱਕ ਲਿਸਟ, ਉਸ ਦੀ ਵੈਲਿਊ ਕਿਸ ਨੇ ਕਿਸ ਤਰ੍ਹਾਂ ਕਿ ਕਿੰਨੀ ਕਾਸਟ ਤੇ ਖਰੀਦੀ ਸਾਡੇ ਕੋਲ ਹੋਣੀ ਚਾਹੀਦੀ ਹੈ, ਜਿਹੜੀ ਕਿ ਹਰ ਚੀਜ਼ ਦੀ ਇਸ ਵਕਤ ਮੌਜੂਦ ਨਹੀਂ। ਉਹਨਾਂ ਨੂੰ ਅਸੀਂ ਐਸਐਲ ਵੀ ਕਹਿ ਸਕਦੇ ਹਾਂ। ਲਾਇਬਿਲਿਟੀ ਜਿਵੇਂ ਕਿ ਹੋਇਆ ਕਿ ਭਾਈ ਸਾਹਿਬ ਨੇ ਦੱਸਿਆ ਕਿ 7 ਲੱਖ ਦੀਆਂ ਲਾਇਬਿਲਿਟੀ ਸਾਨੂੰ ਉਹਨਾਂ ਨੂੰ ਇੰਨੀਆਂ ਪੇ ਕਰਤੀਆਂ, ਇੰਨੀਆਂ ਰਹਿ ਗਈਆਂ, ਉਹਨਾਂ ਦੀ ਵੀ ਇੱਕ ਪ੍ਰੋਪਰ ਚੈਨਲ, ਕਿਉਂਕਿ ਆਉਣ ਵਾਲੇ 10 ਸਾਲ ਵਿੱਚ ਜੇਕਰ ਅਸੀਂ ਉਸ ਦਾ ਕੰਪੈਰੀਜ਼ਨ ਕਰਾਂਗੇ ਸਾਨੂੰ ਉਸ ਚੀਜ਼ ਦੇ ਪ੍ਰੋਸੈਸ ਦਾ ਪਤਾ ਹੋਣਾ ਚਾਹੀਦਾ ਕਿ ਗੁਰੂ ਘਰ ਵਿੱਚ ਕੀ ਕੀ ਪ੍ਰੋਸੈਸ ਸੀ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਕੰਪਲੀਟ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ, ਇੱਕ ਪਰਮਾਨੈਂਟ ਸੈਟ ਆਫ ਰੂਲਸ ਸਾਰਿਆਂ ਨੂੰ ਮਿਲ ਕੇ ਬਣਾਉਣਾ ਚਾਹੀਦਾ ਹੈ। ਜਿੰਨੇ ਵੀ ਜਾਣੇ ਹਨ ਕਿ ਜੇਕਰ ਕੋਈ ਵੀ ਕਮੇਟੀ ਆ ਜਾਵੇ ਤਾਂ ਇਸ ਤਰ੍ਹਾਂ ਹੀ ਚੱਲੇਗਾ। ਉਸ ਦੀ ਇੱਕ ਬੜੀ ਵੱਡੀ ਉਦਾਹਰਨ ਅਸੀਂ ਗੁਰੂ ਸਾਹਿਬ ਤੋਂ ਲੈਂਦੇ ਹਾਂ, ਜਿਨ੍ਹਾਂ ਨੇ ਸਾਨੂੰ ਇੱਕ ਸਿਸਟਮ ਬਣਾ ਕੇ ਦੇ ਦਿੱਤਾ। ਗੁਰੂ ਸਾਹਿਬ ਨੇ ਸਾਨੂੰ ਸਿਸਟਮ ਬਣਾ ਦਿੱਤਾ ਕਿ ਅਸੀਂ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ, ਕਰਨਾ ਹੀ ਪਏਗਾ, ਪਾਠ ਕਰਨਾ ਹੀ ਪਏਗਾ, ਨਿਤਨੇਮ ਕਰਨਾ ਹੀ ਪਏਗਾ, ਕੜਾਹ ਪ੍ਰਸ਼ਾਦ ਬਣਾਉਣਾ ਹੀ ਪਏਗਾ, ਕਥਾ ਕੀ, ਇਹ ਸਿਸਟਮ ਹੈ। ਇਸ ਤਰ੍ਹਾਂ ਇਸ ਦੁਨਿਆਵੀ ਸਿਸਟਮ ਵਿੱਚ ਵਿਚਰਨ ਲਈ ਵੀ ਕਮੇਟੀਆਂ ਨੂੰ ਰਲ ਕੇ ਇੱਕ ਤਰੀਕਾ ਬਣਾ ਦੇਣਾ ਚਾਹੀਦਾ ਹੈ। ਕਮੇਟੀ ਕੋਈ ਵੀ ਹੋਏ ਉਸ ਸਿਸਟਮ ਦੇ ਅੰਡਰ ਰਹਿ ਕੇ ਹੀ ਕੰਮ ਕਰੇਗੀ। ਉਸ ਦਾ ਕੰਟਰੋਲ ਕੇਵਲ ਤੇ ਕੇਵਲ ਗੁਰੂ ਘਰ ਦੀਆਂ ਕਮੇਟੀਆਂ ਕੋਲ ਹੋਣਾ ਚਾਹੀਦਾ। ਅਸੀਂ ਬੜੀ ਵਾਰੀ ਸੁਣਦੇ ਹਾਂ ਕਿ ਜਦੋਂ ਗੋਰਿਆਂ ਦਾ ਸਮਾਂ ਸੀ ਪੰਜਾਬ ਦੇ ਵਿੱਚ ਵੀ ਕੋਰਟ ਦੇ ਵਿੱਚ ਜਾ ਕੇ ਕੋਈ ਸਿੱਖ ਕਹਿ ਦਿੰਦਾ ਸੀ ਕਿ ਇਸ ਨੇ ਜੇ ਕਿਸੇ ਨੇ ਕਤਲ ਵੀ ਕੀਤਾ ਤੇ ਕਹਿ ਦੇਣਾ ਵੀ ਇਸ ਬੰਦੇ ਨੇ ਨਹੀਂ ਕੀਤਾ, ਤੇ ਜੱਜ ਨੇ ਆਪਣਾ ਫੈਸਲਾ ਬਦਲ ਦੇਣਾ ਕਿ ਵਾਕਈ ਹੀ ਇਹ ਸਿੱਖ ਹੈ ਤੇ ਸੱਚ ਬੋਲਦਾ ਹੈ, ਝੂਠ ਨਹੀਂ ਬੋਲਦਾ, ਇਸ ਤਰ੍ਹਾਂ ਹੀ ਹੋਵੇਗਾ। ਪਰ ਜੇ ਉਸ ਨੂੰ ਅਸੀਂ ਅੱਜ ਵੇਖੀਏ ਤਾਂ ਸਾਡੇ ਆਪਣੇ ਹੀ ਕੇਸ ਕੋਰਟਾਂ ਕਚਹਿਰੀਆਂ ਵਿੱਚ ਚੱਲਦੇ ਹਨ। ਸਿਰਫ ਤੇ ਸਿਰਫ ਕਾਰਨ ਹੈ ਸਾਡੀ ਲੀਡਰਸ਼ਿਪ ਦਾ। ਸਾਡੀ ਲੀਡਰਸ਼ਿਪ ਜਾਂ ਸਿਸਟਮ ਸੈੱਟ ਹੋ ਗਿਆ ਤਾਂ ਸਾਰਾ ਕੁਝ ਹੀ ਸੈੱਟ ਹੋ ਜਾਏਗਾ। ਹੋਰ ਬੋਲਦਿਆਂ ਕੋਈ ਵੀ ਗਲਤੀ ਹੋ ਗਈ ਹੋਵੇ, ਭੁੱਲ ਚੁੱਕ ਮਾਫ ਕਰਨਾ, ਕਿਸੇ ਦਾ ਵੀ ਦਿਲ ਦਿਖਾਉਣ ਦਾ ਮੇਰਾ ਇਹ ਕਾਰਨ ਨਹੀਂ ਸੀ। ਸਿਰਫ ਇੱਕ ਬੇਨਤੀ ਸੀ ਕਿ ਜੇ ਗੁਰੂ ਘਰ ਦਾ ਆਡਿਟ ਕਰਨਾ ਹੈ ਤੇ ਉਹ ਸਹੀ ਸਿਸਟਮ ਹੀ ਰਹਿ ਕੇ ਕੀਤਾ ਜਾ ਸਕਦਾ ਹੈ। ਜਦੋਂ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਹੀ ਹੋ ਸਕਦਾ ਹੈ, ਅਦਰਵਾਈਜ਼ ਇਹ ਕੰਪਲੀਟ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਧੰਨਵਾਦ ਕਰਦਾ ਭਾਈ ਸਤਿਗੁਰੂ ਸਿੰਘ ਤੇ ਆਪਣੇ ਖਜ਼ਾਨਚੀ ਸਾਹਿਬ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦਾ ਹਿਸਾਬ ਕਿਤਾਬ ਅਤੇ ਜੋ ਆਡਿਟ ਆ ਉਹਦੇ ਰੂਲ ਰੈਗੂਲੇਸ਼ਨ ਬਾਰੇ ਦੱਸਿਆ। ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਜੋ 1912 ਵਾਲੀ ਕਾਰਪੋਰੇਸ਼ਨ ਆ ਉਹਨੂੰ ਮੁੜ ਤੋਂ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਆ। ਅਸੀਂ ਬਹੁਤ ਹੀ ਨਜ਼ਦੀਕ ਹੀ ਆ ਉਹਦੇ ਪਹੁੰਚ ਗਏ ਆ। ਸੋ ਮੈਂ ਆਸ ਕਰਦਾ ਕਿ ਸ਼ਾਇਦ ਇਸ ਸਾਲ ਦੇ ਵਿੱਚ ਉਹ ਸਾਡੇ ਅੰਡਰ ਹੋ ਜਾਏਗੀ ਫਿਰ ਦੁਬਾਰਾ ਤੋਂ। ਤੇ ਨਾਲੇ ਭਾਈ ਸਾਹਿਬ ਜਿਹੜੇ ਐਡੀਟਰ ਸਾਹਿਬ ਨੇ
ਇਹ ਪ੍ਰੋਫੈਸ਼ਨਲ ਟੈਕਸ ਫਾਈਲ ਕਰਨ ਵਾਲੇ ਜਾਂ CPA ਹਨ, ਉਹ ਗੁਰਦੁਆਰਾ ਸਾਹਿਬ ਜਾਂ ਕਮੇਟੀ ਦੇ ਨਾਲ ਕੋਈ ਇਹਨਾਂ ਦਾ ਲੈਣ ਦੇਣ ਨਹੀਂਗਾ, ਉਹ ਸੰਗਤ ਦੇ ਵਿੱਚੋਂ ਵਲੰਟੀਅਰ ਸੇਵਾ ਕਰਦੇ ਹਨ। ਸੋ ਹੁਣ ਕਿਸੇ ਦਾ ਕੋਈ ਪੱਖਪਾਤ ਨਹੀਂ, ਉਹਨਾਂ ਨੇ ਜੋ ਸੱਚਾਈ ਆ ਉਹੀ ਦੱਸਿਆ ਹੈ। ਨਾਲੇ ਇੱਕ ਆਪਾਂ ਪਿਛਲੇ ਸੰਡੇ ਮੀਟਿੰਗ ਦੇ ਵਿੱਚ ਇੱਕ ਹੋਇਆ ਸੀਗਾ ਮਤਾ ਪਾਸ, ਸਕੂਲ ਨੂੰ ਬੇਨਤੀ ਕੀਤੀ ਸੀ, ਸਕੂਲ ਦੇ ਪ੍ਰਬੰਧਕਾਂ ਨੂੰ, ਪੰਜਾਬੀ ਸਕੂਲ ਦੇ ਨੂੰ, ਕਿ ਟਾਈਮ ਚੇਂਜ ਕੀਤਾ ਜਾਵੇ। ਪੇਰੈਂਟਸ ਕਹਿ ਰਹੇ ਆ, ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ ਹੈ ਜੀ। ਆਉਣ ਵਾਲੇ ਐਤਵਾਰ ਤੋਂ ਸਕੂਲ ਦਾ ਟਾਈਮ 10:30 ਵਜੇ ਹੋਏਗਾ ਜੀ। 1 ਘੰਟਾ ਸ਼ਾਇਦ ਲੇਟ ਕਰਤਾ ਉਹਨਾਂ ਨੇ, 10:30 ਵਜੇ, ਅੱਧਾ ਘੰਟਾ ਜੀ, ਸੌਰੀ ਅੱਧਾ ਘੰਟਾ ਉਹਨਾਂ ਨੇ ਲੇਟ ਕਰਤਾ। 10:30 ਵਜੇ ਸਕੂਲ ਸ਼ੁਰੂ ਹੋਏਗਾ ਜੀ। ਸਭ ਸੰਗਤਾਂ ਨੇ ਨੋਟ ਕਰ ਲੈਣਾ ਜੀ। ਆਓ ਹੁਣ ਕੀਰਤਨ ਜਥੇ ਤੋਂ ਕੀਰਤਨ ਸਰਵਣ ਕਰਦੇ ਹਾਂ 12:45 ਤੱਕ, ਉਸ ਤੋਂ ਬਾਅਦ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,